सत श्री अकाल दोस्तों, वेलकम टू डोरस्टैप एजुकेशन पॉइंट। उम्मीद करदा तुसी सारे वधिया होने आ। अज दी क्लास विच आपां चाइल्ड डेवलपमेंट एंड पैडागोजी दे कुछ प्रश्नां नूं डिस्कस करन जा रहे हां। ਇਹ ਪ੍ਰਸ਼ਨ ਤੁਹਾਡੇ ਪ੍ਰੀਵੀਅਸ ਈਅਰ ਦੇ ਵਿੱਚੋਂ ਹੀ ਲਏ ਗਏ ਨੇ। ਇਹ ਕਲਾਸ ਤੁਹਾਡੇ ਪੀਐਸ ਟੈਟ ਐਂਡ ਸੀਟੈਟ ਦੇ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਨੂੰ। ਐਂਡ ਦੋਸਤੋ, ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ, ਇਸ ਚੈਨਲ ਨੂੰ ਤੁਸੀਂ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਜਰੂਰ ਕਲਿੱਕ ਕਰ ਲਿਓ। ਐਂਡ ਜਿਹੜੇ ਲੋੜਵੰਦ ਵਿਦਿਆਰਥੀ ਨੇ ਜਿਹੜੇ ਕਿ ਪੀਐਸ ਟੈਟ ਦੀ ਤਿਆਰੀ ਕਰ ਰਹੇ ਨੇ, ਉਹਨਾਂ ਨੂੰ ਵੀ ਇਹ ਵੀਡੀਓ ਜਰੂਰ ਸ਼ੇਅਰ ਕੀਤੀ ਜਾਵੇ। एंड कल दा एक डाउट सीगा, काफी सारे स्टूडेंट ने दो तीन तो मैं प्रश्न वेखे ही सी, दो तीन जेडे स्टूडेंट सी उन्होंने जेड़ा प्रश्न सी पोस्ट किया होया सी कि सर सानू 18वां जेड़ा क्वेश्चन है कल दी क्लास वाला वो समझ नहीं लग्या। एंड ओदे विच मैनू कुछ डाउट वगैरह दस रहे सी। सो पहला आपां ना उस प्रश्न नूं ओपन करके वेख लैने आ, उस तो बाद अपनी जेड़ी क्लास होगी उहनूं आपां शुरू करांगे। ये अपनी क्लास सैकंड सीगी सीडीपी दी, जिहदे विच उहनां नूं मेनली 18वां जेड़ा क्वेश्चन सी ओदे विच डाउट आ रहा सीगा, जेड़ा कि डेवलपमेंट एंड ग्रोथ का ही प्रश्न सी, जिहदे विच आपां वेखदे हां की लिखिया होया कि ह्यूमन पर्सनैलिटी इज द रिजल्ट ऑफ कि मनुखी जिहड़ी शख्सियत हैगी आ डैश दा नतीजा है। इत्थे दोस्तों इन्हां ने डेवलपमेंट दी गल नहीं कीती, ना ही उन्हां ने ग्रोथ दी गल कीती है, उन्हां ने ह्यूमन पर्सनैलिटी दी गल कीती है। अपनी जिहड़ी पर्सनैलिटी हैगी है, जिहड़ा तुहाडा चरित्र है, जिहड़ा तुहाडा करैक्टर है, ਇਹ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਤੁਹਾਡੇ ਜੀਨਸ ਦੇ ਵਿੱਚੋਂ ਦੀ ਆਉਂਦੇ ਨੇ ਕਿ ਇਹ ਜਿਹੜੇ ਤੁਹਾਡੇ ਪੇਰੈਂਟਸ ਹੁੰਦੇ ਨੇ, ਤੁਹਾਡੀ ਜਿਹੜੀ ਹੈਰੀਡਿਟੀ ਹੁੰਦੀ ਹੈ, कि हेरिडिटी का कोई फर्क पैंदा है तुहाडी पर्सनैलिटी ते? सो तुहाडा जवाब होएगा नहीं सर, ਇਹਦਾ नहीं फर्क पैंदा। सो ਇੱਥੇ ਤੁਸੀਂ ਦੱਸ ਰਹੇ ਸੀਗੇ ਕਿ ਸਰ इंटरैक्शन बिटवीन हेरिडिटी एंड एनवायरनमेंट ਇਹਦਾ ਕਿਉਂ ਨਹੀਂ ਆਉਣਾ ਚਾਹੀਦਾ, ਕਿਉਂਕਿ ਇਹਨਾਂ ਨੇ ਇੱਥੇ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ, ਇਹਨਾਂ ਨੇ ਇਕੱਲੀ ਪਰਸਨੈਲਿਟੀ ਦੀ ਗੱਲ ਕੀਤੀ ਹੈ। ਐਂਡ ਪਰਸਨੈਲਿਟੀ ਦਾ ਜਿਹੜਾ ਐਸਪੈਕਟ ਹੈਗਾ ਇਹ ਕੰਪਲੀਟਲੀ ਡਿਪੈਂਡੈਂਟ ਹੈਗਾ এনवायरनमेंट ਤੇ। ਸੋ ਆਪਣੀ ਜਿਹੜੀ ਪਰਸਨੈਲਿਟੀ ਹੈਗੀ ਆ ਆਪਣੇ এনवायरनमेंट ਕਾਰਨ ਚੇਂਜ ਹੋ ਸਕਦੀ ਹੈ। एंड जो कुछ भी ਤੁਹਾਨੂੰ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਨੇ ਤੁਹਾਡੀ ਪਰਸਨੈਲਿਟੀ ਦੇ ਵਿੱਚ, ਕਿਤੇ ਨਾ ਕਿਤੇ ਉਹਦਾ ਜ਼ਿਆਦਾ ਜਿਹੜਾ ਫਰਕ ਹੈ ਉਹ এনवायरनमेंट ਦਾ ਹੀ ਹੁੰਦਾ ਹੈ। ਸੋ ਇੱਥੇ ਜਿਹੜਾ ਸਹੀ ਜਵਾਬ ਹੋਣਾ ਸੀ ਸਿਰਫ ਵਾਤਾਵਰਣ। ਸੋ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਨੂੰ ਸ਼ੁਰੂ ਕਰਦੇ ਹਾਂ। ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਨੂੰ ਵੇਖਦੇ ਹਾਂ। ਪਹਿਲਾ ਜਿਹੜਾ ਪ੍ਰਸ਼ਨ ਹੈ ਇਹਦੇ ਵਿੱਚ ਲਿਖਿਆ ਹੋਇਆ एनवायरमेंटल फैक्टर दैट शेप द डेवलपमेंट इंक्लूड ऑल ऑफ द फॉलोइंग एक्सेप्ट। ਵਿਕਾਸ ਨੂੰ ਆਕਾਰ ਦੇਣ ਵਾਲੇ ਵਾਤਾਵਰਣ ਕਾਰਕ ਹੇਠਾਂ ਦਿੱਤੇ ਕਾਰਕਾਂ ਵਿੱਚ ਨਹੀਂ ਹੈ। ਭਾਵ ਇਹ ਕਿ ਇੱਥੇ ਤੁਹਾਨੂੰ ਕੁਝ एनवायरमेंटल फैक्टर ਦਿੱਤੇ ਹੋਏ ਨੇ, एक एनवायरमेंटल फैक्टर नहीं होना, सो ਉਹਦਾ ਹੀ ਤੁਸੀਂ ਨਾਮ ਦੱਸਣਾ। ਪਹਿਲਾਂ ਵੇਖੋ ਕਲਚਰ ਸੱਭਿਆਚਾਰ, ਆਪਸ਼ਨ ਨੰਬਰ 2 ਦੇ ਵਿੱਚ ਲਿਖਿਆ ਹੋਇਆ ਕੁਆਲਿਟੀ ਆਫ ਐਜੂਕੇਸ਼ਨ, ਥਰਡ ਨੰਬਰ ਤੇ ਲਿਖਿਆ ਹੋਇਆ ਫਿਜ਼ੀਕ ਜਿਹਨੂੰ ਤੁਸੀਂ ਸਰੀਰ ਕਹਿ ਸਕਦੇ ਹੋ, ਐਂਡ ਚੌਥੇ ਨੰਬਰ ਤੇ ਤੁਸੀਂ ਵੇਖ ਸਕਦੇ ਹੋ ਕੁਆਲਿਟੀ ਆਫ ਨਿਊਟ੍ਰੀਸ਼ਨ, ਪੋਸ਼ਣ ਦੀ ਗੁਣਵੱਤਾ। ਜੇਕਰ ਆਪਾਂ এনवायरमेंटल फैक्टर ਦੀ ਗੱਲ ਕਰੀਏ ਜੋ ਕਿ ਆਪਾਂ ਨੂੰ ਪ੍ਰਭਾਵਿਤ ਕਰਦੇ ਨੇ, ਸੋ ਕਲਚਰ ਕੀ ਹੈ, ਤੁਹਾਡਾ ਜਿਹੜਾ ਸੱਭਿਆਚਾਰ ਹੈ ਇਹ ਬਿਲਕੁਲ ਪ੍ਰਭਾਵਿਤ ਕਰਦਾ ਹੈ এনवायरमेंट ਨੂੰ। ਕਹਿ ਸਕਦੇ ਹਾਂ ਕਿ এনवायरमेंटल फैक्टर ਦਾ ਹੀ ਇੱਕ ਪਾਰਟ ਹੈਗਾ ਕਲਚਰ। ਜੇਕਰ ਆਪਾਂ ਕੁਆਲਿਟੀ ਆਫ ਐਜੂਕੇਸ਼ਨ ਦੀ ਗੱਲ ਕਰੀਏ, ਬਿਲਕੁਲ ਇਹ ਵੀ ਤੁਹਾਡਾ ਕਹਿ ਸਕਦੇ ਹਾਂ ਕਿ ਇੱਕ এনवायरमेंटल फैक्टर ਹੈ। ਜੇਕਰ ਆਪਾਂ ਕੁਆਲਿਟੀ ਆਫ ਨਿਊਟ੍ਰੀਸ਼ਨ ਦੀ ਗੱਲ ਕਰੀਏ, ਪੋਸ਼ਣ ਦੀ ਗੁਣਵੱਤਾ, ਕਈ ਵਾਰ ਪਾਣੀ ਵਗੈਰਾ ਵੇਖਿਆ ਹੋਣਾ ਤੁਸੀਂ ਕਿ ਕਈ ਵਾਰ ਕਿਸੇ ਥਾਵਾਂ ਤੇ ਜਿਹੜੇ ਲੋਕ ਹੁੰਦੇ ਨੇ ਉਹ ਬਹੁਤ ਜ਼ਿਆਦਾ ਤਕੜੇ ਹੁੰਦੇ ਨੇ, ਉਹਨਾਂ ਦੀ ਹਾਈਟ ਜ਼ਿਆਦਾ ਲੰਮੀ ਹੁੰਦੀ ਹੈਗੀ ਜਾਂ ਲੌਂਗ ਹੁੰਦੇ ਨੇ ਹਾਈਟ ਦੇ ਵਿੱਚ, ਮਤਲਬ ਹਨਾ ਵੀ ਉਹਨਾਂ ਦੀ ਸਰੀਰ ਵਗੈਰਾ ਕਾਫੀ ਜ਼ਿਆਦਾ ਵਧੀਆ ਹੁੰਦਾ। ਸੋ ਉਹ ਵੀ ਕੁਆਲਿਟੀ ਆਫ ਨਿਊਟ੍ਰੀਸ਼ਨ ਕਿਤੇ ਨਾ ਕਿਤੇ ਇਹ ਵੀ এনवायरनमेंट ਦਾ ਹੀ ਪਾਰਟ ਹੈ। ਜੇਕਰ ਆਪਾਂ ਫਿਜ਼ਿਕ ਦੀ ਗੱਲ ਕਰੀਏ, ਸਰੀਰ ਇਹ ਤੁਹਾਡੇ এনवायरनमेंट ਦਾ ਪਾਰਟ ਨਹੀਂ ਹੈ, एनवायरमेंटल फैक्टर ਇਹ ਨਹੀਂ ਹੈਗਾ। ਸੋ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਇਹਨੂੰ ਵੇਖ ਲੈਂਦੇ ਹਾਂ। ਫਿਜ਼ੀਕਲ ਗਰੋਥ ਐਂਡ ਡਿਵੈਲਪਮੈਂਟ ਆਰ ਕਾਲਡ, ਸਰੀਰਕ ਪ੍ਰਗਤੀ ਅਤੇ ਵਿਕਾਸ ਨੂੰ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ, मतलब ਆਪਾਂ ਕਿਹਨੂੰ ਕਵਾਂਗੇ ਕਿ ਹਾਂ ਵੀ ਇਸ ਪਰਸਨ ਦੇ ਵਿੱਚ ਗਰੋਥ ਐਂਡ ਡਿਵੈਲਪਮੈਂਟ ਹੋ ਰਹੀ ਹੈ? ਕੀ ਉਹ ਰੈਡੀਨੈਸ, ਮੈਚੂਰੇਸ਼ਨ, ਮੋਬਿਲਿਟੀ, ਹੈਰੀਡਿਟੀ? ਪਹਿਲੀ ਆਪਸ਼ਨ ਰੈਡੀਨੈਸ ਨੂੰ ਆਪਾਂ ਤਿਆਰੀ ਕਹਿੰਦੇ ਆ, ਮੈਚੂਰੇਸ਼ਨ ਨੂੰ ਪਰਿਪੱਕਤਾ ਕਹਿੰਦੇ ਆ, ਆਪਸ਼ਨ ਨੰਬਰ ਸੀ ਮੋਬਿਲਿਟੀ ਜਿਹਨੂੰ ਆਪਾਂ ਗਤੀਸ਼ੀਲਤਾ ਕਹਿੰਦੇ ਆ, ਜਾਂ ਫਿਰ ਹੈਰੀਡਿਟੀ ਖਾਨਦਾਨੀ। ਇੱਥੇ ਜਿਹੜਾ ਸਹੀ ਜਵਾਬ ਹੈ ਕਾਫੀ ਜ਼ਿਆਦਾ ਈਜ਼ੀ ਕੁਐਸਚਨ ਹੈ, ਇਹਦਾ ਜਵਾਬ ਹੋਏਗਾ ਮੈਚੂਰੇਸ਼ਨ। ਸੋ ਇਹਦੇ ਵਿੱਚ ਕੋਈ ਬਹੁਤੀ ਸਮਝਾਉਣ ਦੀ ਲੋੜ ਨਹੀਂ ਹੈਗੀ, ਮੈਚੂਰੇਸ਼ਨ ਨੂੰ ਹੀ ਆਪਾਂ ਕਹਿੰਦੇ ਆ ਕਿ ਫਿਜ਼ੀਕਲ ਗਰੋਥ ਐਂਡ ਡਿਵੈਲਪਮੈਂਟ ਹੋ ਰਹੀ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਜਿਹੜਾ ਪ੍ਰਸ਼ਨ ਹੈ ਜਿਹਦੇ ਵਿੱਚ ਪੁੱਛਿਆ ਜਾ ਰਿਹਾ ਹੈ ਦਾ ਸੈਂਟਰਲ ਫੋਕਸ ਆਫ ਚਾਈਲਡ ਸਾਈਕੋਲੋਜੀ ਇਜ਼, ਬਾਲ ਮਨੋਵਿਗਿਆਨ ਦਾ ਕੇਂਦਰੀ ਫੋਕਸ ਹੈ ਗੁੱਡ ਟੀਚਰ, ਚੰਗਾ ਅਧਿਆਪਕ, ਚਾਈਲਡ ਬੱਚਾ, ਟੀਚਿੰਗ ਪ੍ਰੋਸੈਸ ਅਧਿਆਪਨ ਪ੍ਰਕਿਰਿਆ, ਸਕੂਲ ਨੂੰ ਆਪਾਂ ਸਕੂਲ ਹੀ ਕਹਿੰਦੇ ਆ। ਵੈਸੇ ਦੋਸਤੋ ਕਮਿਊਨਿਟੀ ਟੈਬ ਤੇ ਵੀ ਮੈਂ ਇਹ ਪ੍ਰਸ਼ਨ ਪੋਸਟ ਕੀਤਾ ਸੀ ਐਂਡ ਮੈਨੂੰ ਦੇਖ ਕੇ ਬੜੀ ਹੈਰਾਨੀ ਹੋਈ ਕਿ ਕਾਫੀ ਸਾਰੇ ਜਿਹੜੇ ਸਟੂਡੈਂਟ ਸੀਗੇ
ਉੱਥੇ ਉਹਨਾਂ ਨੇ ਸਕੂਲ ਤੇ ਵੀ ਟਿਕ ਲਗਾਇਆ ਹੋਇਆ ਸੀਗਾ, ਟੀਚਿੰਗ ਪ੍ਰੋਸੈਸ ਤੇ ਵੀ ਟਿਕ ਲਗਾਇਆ ਸੀ, ਗੁੱਡ ਟੀਚਰ ਤੇ ਵੀ ਉਹਨਾਂ ਨੇ ਟਿਕ ਲਗਾਇਆ ਸੀ। ਮੈਂ ਕਿਹਾ ਵੀ ਇੰਨਾ ਬੇਸਿਕ ਕੁਐਸਚਨ ਹੈ, ਇਹ ਤਾਂ ਸਾਰਿਆਂ ਨੂੰ ਆਉਣਾ ਚਾਹੀਦਾ ਅੱਖ ਬੰਦ ਕਰਕੇ ਕਿ ਅੱਜ ਕੱਲ ਦੀ ਆਪਣੀ ਜਿਹੜੀ ਐਜੂਕੇਸ਼ਨ ਹੈਗੀ ਆ ਚਾਈਲਡ ਸੈਂਟਰਡ ਐਜੂਕੇਸ਼ਨ ਹੈ, ਜਿਹਦੇ ਵਿੱਚ ਆਪਣਾ ਜਿਹੜਾ ਮੇਨ ਫੋਕਸ ਹੁੰਦਾ ਉਹ ਬੱਚੇ ਤੇ ਹੁੰਦਾ ਹੈ। ਸੋ ਇਹਦੇ ਵਿੱਚ ਟੀਚਿੰਗ ਪ੍ਰੋਸੈਸ ਦੀ ਤਾਂ ਗੱਲ ਕੀਤੀ ਹੀ ਨਹੀਂ ਗਈ ਸੀ, ਨਾ ਸਕੂਲ ਦੀ ਗੱਲ ਕੀਤੀ ਹੈ, ਨਾ ਗੁੱਡ ਟੀਚਰ ਦੀ ਗੱਲ ਕੀਤੀ ਹੈ। ਆਪਾਂ ਜੋ ਕੁਝ ਵੀ ਪਾਲਿਸੀਜ਼ ਵਗੈਰਾ ਬਣਾਉਨੇ ਆ, ਕੋਈ ਵੀ ਆਪਣਾ ਜਿਹੜਾ ਕਲਾਸ ਦਾ ਇਨਫਰਾਸਟ੍ਰਕਚਰ ਹੈਗਾ ਉਹ ਬੱਚੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਤਾਂ ਬਣਾਉਨੇ ਆ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਆਪਸ਼ਨ ਨੰਬਰ ਬੀ ਨੂੰ ਤੁਸੀਂ ਕਰੋਗੇ ਟਿਕ ਐਂਡ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਜਿਹਦੇ ਵਿੱਚ ਪੁੱਛਿਆ ਜਾ ਰਿਹਾ ਹੈ, ਇਨ ਚਾਈਲਡ ਡਿਵੈਲਪਮੈਂਟ ਬਾਲ ਵਿਕਾਸ ਵਿੱਚ ਕੀ ਹੁੰਦਾ ਹੈ? ਬਾਲ ਵਿਕਾਸ ਵਿੱਚ ਐਮਫੈਸਿਸ ਇਜ਼ ਔਨ ਦ ਪ੍ਰੋਸੈਸ ਕੀ ਪ੍ਰਕਿਰਿਆ ਤੇ ਜ਼ੋਰ ਦਿੱਤਾ ਜਾਂਦਾ ਹੈ, ਜਾਂ ਫਿਰ ਆਪਸ਼ਨ ਨੰਬਰ ਬੀ ਐਮਫੈਸਿਸ ਇਜ਼ ਔਨ ਦ ਰੋਲ ਆਫ এনवायरमेंट ਐਂਡ ਐਕਸਪੀਰੀਅੰਸ ਵਾਤਾਵਰਣ ਅਤੇ ਅਨੁਭਵ ਦੀ ਭੂਮਿਕਾ ਤੇ ਜ਼ੋਰ ਦਿੱਤਾ ਗਿਆ ਹੈ, ਜਾਂ ਫਿਰ ਆਪਸ਼ਨ ਨੰਬਰ ਸੀ ਇਟ ਇਜ਼ ਅ ਸਟੱਡੀ ਫਰਮ ਕਨਸੈਪਸ਼ਨ ਟੂ ਐਡੋਲੈਸੈਂਸ ਇਹ ਗਰਭ ਤੋਂ ਕਿਸ਼ੋਰ ਅਵਸਥਾ ਤੱਕ ਦੀ ਦਾ ਅਧਿਐਨ ਹੈ, ਜਾਂ ਫਿਰ ਆਪਸ਼ਨ ਨੰਬਰ ਡੀ all of the above ਉਪਰੋਕਤ ਸਾਰੇ। ਚਾਈਲਡ ਸੈਂਟਰਡ ਐਜੂਕੇਸ਼ਨ ਜਾਂ ਫਿਰ ਚਾਈਲਡ ਡਿਵੈਲਪਮੈਂਟ ਦੀ ਜੇਕਰ ਆਪਾਂ ਗੱਲ ਕਰਦੇ ਆ, ਇਹਦੇ ਵਿੱਚ ਮੇਨਲੀ ਆਪਾਂ ਪ੍ਰਕਿਰਿਆ ਤੇ ਜ਼ੋਰ ਦਿੰਨੇ ਆ, ਐਮਫੈਸਿਸ ਇਜ਼ ਔਨ ਦਾ ਰੋਲ ਆਫ এনवायरमेंट ਐਂਡ ਐਕਸਪੀਰੀਅੰਸ ਇਹ ਗੱਲ ਵੀ ਠੀਕ ਲਿਖੀ ਹੋਈ ਹੈ। ਆਪਸ਼ਨ ਨੰਬਰ ਸੀ ਵੀ ਗੱਲ ਜਿਹੜੀ ਲਿਖੀ ਹੈ ਕਿ ਜਿਹੜੀ ਆਪਣੀ ਗਰੋਥ ਹੈਗੀ ਆ, ਡਿਵੈਲਪਮੈਂਟ ਹੈ, ਬਾਲ ਵਿਕਾਸ ਜਿਹੜਾ ਵੀ ਹੈ, ਇਹ ਆਪਾਂ ਮੇਨਲੀ ਗਰਭ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ ਦਾ ਜਿਹੜਾ ਅਧਿਐਨ ਕਰਦੇ ਆ, ਇਹਨੂੰ ਹੀ ਆਪਾਂ ਕੀ ਕਹਿੰਦੇ ਆ ਚਾਈਲਡ ਡਿਵੈਲਪਮੈਂਟ ਕਹਿੰਦੇ ਆ। ਵੋਮ ਟੂ ਟੌਮ ਦੀ ਪ੍ਰਕਿਰਿਆ ਹੁੰਦੀ ਹੈ, ਨਿਰੰਤਰ ਚੱਲਦੀ ਰਹਿੰਦੀ ਹੈ। ਸੋ ਇਸ ਦੇ ਅਕੋਰਡਿੰਗ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ, ਜਿਹਦੇ ਨਾਲ ਆਪਾਂ ਚੱਲਦੇ ਆ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਵੇਖ ਲੈਂਦੇ ਆ। ਅਗਲਾ ਪ੍ਰਸ਼ਨ ਹੈ ਦ ਸਕੋਪ ਆਫ ਸਟੱਡੀ ਆਫ ਚਾਈਲਡ ਡਿਵੈਲਪਮੈਂਟ ਇਜ਼ ਬਾਲ ਵਿਕਾਸ ਦੇ ਅਧਿਐਨ ਦਾ ਘੇਰਾ ਹੈ। ਸਟੱਡੀ ਆਫ ਡਿਫਰੈਂਟ ਸਟੇजेस ਆਫ ਚਾਈਲਡ ਡਿਵੈਲਪਮੈਂਟ ਬਾਲ ਵਿਕਾਸ ਦੇ ਵੱਖ-ਵੱਖ ਪੜਾਵਾਂ ਦਾ ਅਧਿਐਨ, ਜਾਂ ਫਿਰ ਆਪਸ਼ਨ ਨੰਬਰ ਬੀ ਸਟੱਡੀ ਆਫ ਇਫੈਕਟ ਆਫ ਦ এনवायरमेंट ਔਨ ਚਾਈਲਡ ਡਿਵੈਲਪਮੈਂਟ ਬੱਚਿਆਂ ਦੇ ਵਿਕਾਸ ਤੇ ਵਾਤਾਵਰਣ ਦੇ ਪ੍ਰਭਾਵਾਂ ਦਾ ਅਧਿਐਨ ਹੈ, ਜਾਂ ਫਿਰ ਆਪਸ਼ਨ ਨੰਬਰ ਸੀ ਸਟੱਡੀ ਆਫ ਇੰਡੀਵਿਜੂਅਲ ਡਿਫਰੈਂਸਸ ਵਿਅਕਤੀਗਤ ਅੰਤਰਾਂ ਦਾ ਅਧਿਐਨ, ਜਾਂ ਫਿਰ ਸਾਰੇ। ਜੇਕਰ ਆਪਾਂ ਚਾਈਲਡ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਵੈਸੇ ਇਹ ਪਹਿਲੇ ਵਾਲਾ ਜਿਹੜਾ ਕੁਐਸਚਨ ਆਇਆ ਸੀਗਾ ਉਸ ਤੋਂ ਮਿਲਦਾ ਜੁਲਦਾ ਹੀ ਪ੍ਰਸ਼ਨ ਹੈ, ਬਸ ਥੋੜੀ ਜੀ ਇਹਦੀ ਜਿਹੜੀ ਲੈਂਗੁਏਜ ਹੈ ਇਹ ਚੇਂਜ ਕਰ ਦਿੱਤੀ ਗਈ ਹੈ। ਸੋ ਆਪਾਂ ਚਾਈਲਡ ਡਿਵੈਲਪਮੈਂਟ ਦੀ ਜਿਹੜੀ ਸਟੱਡੀ ਕਰਦੇ ਹਾਂ, ਇਹ ਗੱਲ ਤਾਂ ਠੀਕ ਲਿਖੀ ਹੋਈ ਹੈ ਕਿ ਆਪਾਂ ਸਟੱਡੀ ਆਫ ਡਿਫਰੈਂਟ ਸਟੇजेस ਆਫ ਚਾਈਲਡ ਡਿਵੈਲਪਮੈਂਟ ਕੇ ਜਿਹੜੀਆਂ ਵੱਖ-ਵੱਖ ਸਟੇजेस ਹੁੰਦੀਆਂ ਨੇ ਉਹਦੀ ਆਪਾਂ ਸਟੱਡੀ ਕਰਦੇ ਆ। ਬਿਲਕੁਲ ਸਹੀ ਗੱਲ ਹੈ। ਤਾਂ ਸਟੱਡੀ ਆਫ ਇਫੈਕਟਸ ਆਫ এনवायरमेंट ਔਨ ਚਾਈਲਡ ਡਿਵੈਲਪਮੈਂਟ ਬੱਚਿਆਂ ਦੇ ਵਿਕਾਸ ਤੇ ਵਾਤਾਵਰਣ ਦੇ ਪ੍ਰਭਾਵਾਂ ਦਾ ਅਧਿਐਨ, ਇਹ ਵੀ ਗੱਲ ਠੀਕ ਹੈ। ਸਟੱਡੀ ਆਫ ਇੰਡੀਵਿਜੂਅਲ ਡਿਫਰੈਂਸਸ ਵਿਅਕਤੀਗਤ ਅੰਤਰਾਂ ਦਾ ਅਧਿਐਨ ਵੀ ਠੀਕ ਹੈ, ਐਂਡ ਜਿਸ ਦੇ ਨਾਲ ਆਪਾਂ ਆਲ ਦਾ ਅਬਵ ਲਗਾ ਦਾਂਗੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਚੱਲਦੇ ਆ ਅਗਲੇ ਪ੍ਰਸ਼ਨ ਤੇ। ਕਾਫੀ ਬੇਸਿਕ ਪ੍ਰਸ਼ਨ ਸੀ ਇਹ ਵੀ। ਸਰਵਾਈਵਲ ਆਫ ਦਾ ਫਿਟੈਸਟ ਇਜ਼ ਦਾ ਪ੍ਰਿੰਸੀਪਲ ਆਫ ਇਹ ਮਤਲਬ ਜਿਹੜੀ ਸਰਵਾਈਵਲ ਆਫ ਦਾ ਫਿਟੈਸਟ ਜਿਹੜੀ ਲਾਈਨ ਹੈਗੀ ਆ, ਇਹ ਸਿਧਾਂਤ ਕਿਸੇ ਦੁਆਰਾ ਦਿੱਤਾ ਗਿਆ ਸੀ। ਇਹ ਜਿਹੜਾ ਸਿਧਾਂਤ ਹੈਗਾ ਸਰਵਾਈਵਲ ਆਫ ਦਾ ਫਿਟੈਸਟ, ਇਹ ਜਿਹੜਾ ਸਿਧਾਂਤ ਹੈ ਕਿਹਦੇ ਦੁਆਰਾ ਦਿੱਤਾ ਗਿਆ ਸੀਗਾ? ਕਾਫੀ ਸਟੈਟਿਕ ਪ੍ਰਸ਼ਨ ਹੈਗਾ, ਜਿਹਦੇ ਵਿੱਚ ਕੁਝ ਸਮਝਾਉਣ ਦੀ ਤਾਂ ਲੋੜ ਹੈ ਨਹੀਂ, ਜਸਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਰਵਾਈਵਲ ਆਫ ਦਾ ਫਿਟੈਸਟ ਜਿਹੜਾ ਇਹ ਹੈ ਸਿਧਾਂਤ ਹੈ ਕਿਹਦੇ ਦੁਆਰਾ ਦਿੱਤਾ ਗਿਆ ਸੀਗਾ। ਕਈ ਵਾਰ ਪੀਐਸ ਟੈਟ ਦੇ ਵਿੱਚ ਵੀ ਇਹੋ ਜਿਹੇ ਪ੍ਰਸ਼ਨ ਪੁੱਛ ਲਏ ਜਾਂਦੇ ਨੇ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੀਐਸ ਟੈਟ ਇਹੋ ਜਿਹੇ ਪ੍ਰਸ਼ਨਾਂ ਦੇ ਮਾਮਲੇ ਵਿੱਚ ਤਾਂ ਬਹੁਤ ਹੀ ਪਹਿਲੇ ਨੰਬਰ ਤੇ ਹੈਗਾ, ਕਿਉਂਕਿ ਉਹ ਲੌਜੀਕਲ ਪ੍ਰਸ਼ਨ ਨਹੀਂ ਪੁੱਛਦੇ। ਉਹਨਾਂ ਨੇ ਜ਼ਿਆਦਾਤਰ ਜਿਹੜੇ ਸਟੈਟਿਕ ਪ੍ਰਸ਼ਨ ਹੁੰਦੇ ਨੇ ਉਹੀ ਉਹਨਾਂ ਦੁਆਰਾ ਪੁੱਛੇ ਜਾਂਦੇ ਨੇ, ਸਟੇਟਮੈਂਟਾਂ ਵਾਲੇ ਪ੍ਰਸ਼ਨ ਪੁੱਛ ਲਏ ਜਾਂਦੇ ਨੇ। ਸੋ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਪੀਐਸ ਟੈਟ ਨੇ ਜਿਹੜਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਜਾਂ ਫਿਰ ਕੋਈ ਵੀ ਸੈਕਸ਼ਨ ਪਾਉਣਾ, ਉਹਨੇ ਕਿੱਥੋਂ ਕੁਐਸਚਨ ਪਾ ਦੇਣੇ ਆ। ਸੋ ਜਿਹਦੇ ਕਰਕੇ ਆਪਾਂ ਨੂੰ ਜਿਹੜੇ ਇਹੋ ਜਿਹੇ ਪ੍ਰਸ਼ਨ ਹੈਗੇ ਆ, ਇਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ। ਇਹਦਾ ਵੇਖੋ ਕੀ ਜਵਾਬ ਹੋਏਗਾ। ਲੈਮਾਰਕ ਹੋਏਗਾ, ਹੈਰਿਸਨ, ਡਾਰਵਿਨ ਜਾਂ ਫਿਰ ਮੈਕਡੋਗਲ। ਇਹਦਾ ਜਿਹੜਾ ਸਹੀ ਜਵਾਬ ਹੈ ਸਰਵਾਈਵਲ ਆਫ ਦਾ ਫਿਟੈਸਟ, ਇਹ ਜਿਹੜਾ ਪ੍ਰਿੰਸੀਪਲ ਹੈ ਇਹ ਦਿੱਤਾ ਗਿਆ ਸੀਗਾ ਡਾਰਵਿਨ ਦੁਆਰਾ। ਆਪਸ਼ਨ ਨੰਬਰ ਸੀ ਨੂੰ ਤੁਸੀਂ ਕਰੋਗੇ ਟਿਕ, ਐਂਡ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਆ। ਅਗਲੇ ਪ੍ਰਸ਼ਨ ਵਿੱਚ ਪੁੱਛਿਆ ਜਾ ਰਿਹਾ ਹੈ ਫੈਕਟਰ ਇਨਫਲੂਐਂਸਿੰਗ ਇਮੋਸ਼ਨਲ ਡਿਵੈਲਪਮੈਂਟ, ਜਿਹਦੇ ਵਿੱਚ ਕੀ ਪੁੱਛਿਆ ਜਾ ਰਿਹਾ ਹੈ ਕਿ ਭਾਵਨਾਤਮਕ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਾਰਕ ਹੁੰਦੇ ਆ ਉਹ ਕਿਹੜੇ-ਕਿਹੜੇ ਹੁੰਦੇ ਆ? ਫਿਜ਼ੀਕਲ ਹੈਲਥ, ਸਰੀਰਕ ਸਿਹਤ, ਮੈਂਟਲ ਐਬਿਲਿਟੀਜ਼, ਮਾਨਸਿਕ ਯੋਗਤਾਵਾਂ, ਜਾਂ ਫਿਰ ਆਪਸ਼ਨ ਨੰਬਰ ਸੀ ਫਟੀਗ, ਥਕਾਵਟ ਜਿਹਨੂੰ ਕਹਿ ਸਕਦੇ ਹੋ, ਜਾਂ ਫਿਰ ਸਾਰੇ ਹੀ। ਸੋ ਇਹਦਾ ਜਿਹੜਾ ਜਵਾਬ ਹੋਏਗਾ, ਇਹਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕੋਈ ਸੋਚਣ ਵਾਲੀ ਗੱਲ ਹੈ। ਇਹਦਾ ਜਵਾਬ ਹੋਏਗਾ all of the above। ਜਿਹੜੀ ਤੁਹਾਡੀ ਇਮੋਸ਼ਨਲ ਡਿਵੈਲਪਮੈਂਟ ਹੈ, ਭਾਵਨਾਤਮਕ ਵਿਕਾਸ ਹੈ, ਉਹਨੂੰ ਫਿਜ਼ੀਕਲ ਹੈਲਥ, ਮੈਂਟਲ ਐਬਿਲਿਟੀਜ਼ ਐਂਡ ਫਟੀਗ, ਥਕਾਵਟ, ਇਹ ਸਾਰੀਆਂ ਹੀ ਗੱਲਾਂ ਤੁਹਾਡੇ ਇਮੋਸ਼ਨਲ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੀਆਂ ਨੇ। ਐਂਡ ਆਪਾਂ ਗੱਲ ਦੱਸੀ ਵੀ ਸੀਗੀ ਕਿ ਜਿਹੜੀ ਡਿਵੈਲਪਮੈਂਟ ਹੈਗੀ ਆ ਇਹ ਇੱਕ ਦੂਜੇ ਤੇ ਡਿਪੈਂਡੈਂਟ ਹੁੰਦੀ ਹੈਗੀ ਆ।
ਇੰਟਰ ਰਿਲੇਟਡ ਹੁੰਦੀ ਆ, ਜਿਵੇਂ ਕਿ ਆਪਣੇ ਸਰੀਰ ਦੇ ਵਿੱਚ ਕਾਫੀ ਸਾਰੇ ਜਿਹੜੇ ਵਿਕਾਸ ਵੇਖਣ ਨੂੰ ਮਿਲਦੇ ਹੈਗੇ ਆ। ਕੋਗਨੀਟਿਵ ਡਿਵੈਲਪਮੈਂਟ ਹੋ ਗਿਆ, ਫਿਜ਼ੀਕਲ ਡਿਵੈਲਪਮੈਂਟ ਹੋ ਗਿਆ। ਸੋ ਮਤਲਬ ਇਹ ਕਿ ਇਹ ਜਿਹੜੀਆਂ ਸਾਰੀਆਂ ਡਿਵੈਲਪਮੈਂਟ ਹੁੰਦੀਆਂ ਨੇ ਆਪਸ ਵਿੱਚ ਇੰਟਰਕਨੈਕਟਡ ਹੁੰਦੀਆਂ ਨੇ, ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਨੇ। ਸੋ ਜਿਹਦੇ ਕਰਕੇ ਆਪਾਂ ਸਮਝ ਸਕਦੇ ਹਾਂ ਕਿ ਆਪਣੀ ਜਿਹੜੀ ਇਮੋਸ਼ਨਲ ਡਿਵੈਲਪਮੈਂਟ ਹੈ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਫਿਜ਼ੀਕਲ ਹੈਲਥ, ਮੈਂਟਲ ਐਬਿਲਿਟੀਜ਼, ਫਟੀਗ। ਠੀਕ ਹੈ ਜੀ, ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇਸ ਤੇ ਲਗਾ ਲਿਓ ਟਿਕ। ਇਹ ਜਿਹੜਾ ਪ੍ਰਸ਼ਨ ਹੈ all the above, ਇੱਥੇ ਤੁਸੀਂ ਟਿਕ ਕਰ ਸਕਦੇ ਹੋ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ the type of personality of a person expressing his libido outward is, ਕਿਸੇ ਵਿਅਕਤੀ ਦੀ ਸ਼ਖਸੀਅਤ ਦੀ ਕਿਸਮ ਉਸ ਦੀ ਕਾਮ ਵਾਸਨਾ ਨੂੰ ਬਾਹਰੋਂ ਪ੍ਰਗਟ ਕਰਦਾ ਹੈ। ਇਹ ਪ੍ਰਸ਼ਨ ਦਾ ਜਵਾਬ ਤੁਸੀਂ ਦਿਓ ਪੜ੍ਹ ਕੇ। ਕੀ ਇਹਦਾ ਜਵਾਬ ਹੋਏਗਾ ਕੋਗਨੀਟਿਵ ਪਰਸਨੈਲਿਟੀ, ਬੋਧਾਤਮਕ ਸ਼ਖਸੀਅਤ, ਐਸਥੈਟਿਕ ਪਰਸਨੈਲਿਟੀ, ਸੁਹਜਵਾਦੀ ਸ਼ਖਸੀਅਤ ਆਪਸ਼ਨ ਨੰਬਰ ਸੀ, ਐਕਸਟ੍ਰੋਵਰਟ ਪਰਸਨੈਲਿਟੀ, ਬਾਹਰੀ ਸ਼ਖਸੀਅਤ ਆਪਸ਼ਨ ਨੰਬਰ ਡੀ, ਰਿਲੀਜੀਅਸ ਪਰਸਨੈਲਿਟੀ, ਧਾਰਮਿਕ ਸ਼ਖਸੀਅਤ। ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਕਿ ਉਸ ਪਰਸਨੈਲਿਟੀ ਦਾ ਹੀ ਤੁਸੀਂ ਮੇਨਲੀ ਨਾਮ ਦੱਸਣਾ ਆ ਜਿਹੜੀ ਕਿ ਲਿਬਿਡੋ ਆਊਟਵਰਡ ਨੂੰ ਹੈ, ਜਿਹੜੀ ਕਿ ਉਹ ਬਾਹਰੋਂ ਪ੍ਰਗਟ ਕਰਦਾ ਹੈ, ਕਾਮ ਵਾਸਨਾ ਨੂੰ ਬਾਹਰੋਂ ਪ੍ਰਗਟ ਕਰਦਾ ਹੈ। ਕਿਹੜੀ ਸ਼ਖਸੀਅਤ ਹੈਗੀ ਆ? ਇਹ ਵੀ ਸਮਝ ਲਓ ਇੱਕ ਸਟੈਟਿਕ ਬੇਸਡ ਪ੍ਰਸ਼ਨ ਹੈਗਾ, ਇਹ ਤੁਸੀਂ ਯਾਦ ਕਰ ਲਿਓ। ਐਕਸਟ੍ਰੋਵਰਟ ਜਿਹੜੀ ਪਰਸਨੈਲਿਟੀ ਹੁੰਦੀ ਹੈ, ਬਾਹਰੀ ਜਿਹੜੀ ਸ਼ਖਸੀਅਤ ਹੁੰਦੀ ਹੈ, ਸਾਰੇ ਜਿਹੜੇ ਕੰਮ ਨੇ ਇਸ ਤਰ੍ਹਾਂ ਦੇ ਇਹਦੇ ਦੁਆਰਾ ਹੀ ਕੀਤੇ ਜਾਂਦੇ ਨੇ। ਸੋ ਇਹਦਾ ਜਵਾਬ ਹੋਏਗਾ ਆਪਸ਼ਨ ਨੰਬਰ ਸੀ, ਐਕਸਟ੍ਰੋਵਰਟ ਪਰਸਨੈਲਿਟੀ, ਬਾਹਰੀ ਸ਼ਖਸੀਅਤ ਇਜ਼ ਦਾ ਰਾਈਟ ਆਨਸਰ। ਆਪਸ਼ਨ ਨੰਬਰ ਸੀ ਨੂੰ ਕਰੋਗੇ ਟਿਕ। ਐਂਡ ਇਸ ਦੇ ਨਾਲ ਹੀ ਆਪਾਂ ਚੱਲਾਂਗੇ ਅੱਜ ਦੇ ਸੈਕੰਡ ਲਾਸਟ ਪ੍ਰਸ਼ਨ ਤੇ। ਐਂਡ ਇਹ ਜਿਹੜਾ ਪ੍ਰਸ਼ਨ ਹੈ ਇਹ ਪਹਿਲਾਂ ਵਾਲੇ ਪ੍ਰਸ਼ਨ ਤੋਂ ਕੁਝ ਮਿਲਦਾ ਜੁਲਦਾ ਪ੍ਰਸ਼ਨ ਹੈ ਜਦੋਂ ਆਪਾਂ ਕਲਾਸ ਨੂੰ ਸ਼ੁਰੂ ਕੀਤਾ ਸੀ। ਚਾਈਲਡ ਸੈਂਟਰਡ ਐਜੂਕੇਸ਼ਨ ਤੋਂ ਸੰਬੰਧਿਤ ਪ੍ਰਸ਼ਨ ਹੈਗਾ, ਬਟ ਉਸ ਤੋਂ ਥੋੜਾ ਜਿਹਾ ਡਿਫਰੈਂਟ ਹੈ। ਇਹਦੀ ਜਿਹੜੀ ਸਟੇਟਮੈਂਟ ਹੈਗੀ ਆ ਉਹ ਚੇਂਜ ਕਰ ਦਿੱਤੀ ਗਈ ਆ, ਬਟ ਫਿਰ ਵੀ ਆਪਾਂ ਅਟੈਂਪਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੂ ਹੈਜ਼ ਅ ਸੈਂਟਰਲ ਪਲੇਸ ਇਨ ਐਜੂਕੇਸ਼ਨ ਅਕੋਰਡਿੰਗ ਟੂ ਚਾਈਲਡ ਸਾਈਕੋਲੋਜੀ, ਬਾਲ ਮਨੋਵਿਗਿਆਨ ਦੇ ਅਨੁਸਾਰ ਸਿੱਖਿਆ ਵਿੱਚ ਜਿਹੜਾ ਕੇਂਦਰੀ ਸਥਾਨ ਹੈ ਉਹ ਕਿਸ ਦਾ ਹੈ? ਬਾਲ ਮਨੋਵਿਗਿਆਨ ਦੇ ਅਕੋਰਡਿੰਗ ਕੇਂਦਰੀ ਸਥਾਨ ਹੈ ਚਾਈਲਡ ਦਾ, ਟੀਚਰ ਦਾ, ਗਾਰਡੀਅਨ ਦਾ ਜਾਂ ਫਿਰ ਐਡਮਿਨਿਸਟ੍ਰੇਟਰ ਦਾ। ਵੈਸੇ ਪਹਿਲਾਂ ਵਾਲੀਆਂ ਆਪਸ਼ਨਾਂ ਜਿਹੜੀਆਂ ਸੀਗੀਆਂ ਉਹਨੂੰ ਵੀ ਇੱਥੇ ਵਿੱਚ ਚੇਂਜ ਕਰ ਦਿੱਤਾ ਗਿਆ ਹੈ, ਜੇ ਤੁਸੀਂ ਧਿਆਨ ਨਾਲ ਵੇਖੋ। ਸੋ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੋਏਗਾ ਉਹ ਹੋਏਗਾ ਚਾਈਲਡ। ਕਈ ਵਾਰ ਕੁਝ ਜਿਹੜੇ ਆਪਣੇ ਕੈਂਡੀਡੇਟ ਹੁੰਦੇ ਨੇ ਉਹ ਇਹੋ ਜਿਹੇ ਪ੍ਰਸ਼ਨ ਵੀ ਗਲਤ ਕਰਾਉਂਦੇ ਆ, ਮਤਲਬ ਪੇਪਰ ਦੇ ਵਿੱਚ ਇੰਨਾ ਜ਼ਿਆਦਾ ਉਹਨਾਂ ਨੂੰ ਪੈਨਿਕ ਹੋ ਜਾਂਦਾ। ਕਈ ਵਾਰ ਉਹ ਸੌਖੇ ਪ੍ਰਸ਼ਨ ਵੀ ਉਹ ਗਲਤ ਕਰਾਉਂਦੇ ਨੇ, ਕਈ ਵਾਰ ਉਹ ਗੋਲੇ ਵਗੈਰਾ ਭਰਨ ਦੇ ਵਿੱਚ ਵੀ ਗਲਤੀਆਂ ਕਰ ਦਿੰਦੇ ਨੇ। ਸੋ ਤੁਸੀਂ ਦੋਸਤੋ ਜਦੋਂ ਵੀ ਪੇਪਰ ਦੇਣ ਜਾਣਾ ਹੈ ਚੰਗੇ ਤਰੀਕੇ ਨਾਲ ਪ੍ਰੈਕਟਿਸ ਕਰ ਲਿਓ ਐਂਡ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਆਪਾਂ ਹੌਲੀ ਹੌਲੀ ਜਦੋਂ ਤੱਕ ਪੇਪਰ ਨਹੀਂ ਆ ਜਾਂਦਾ ਉਦੋਂ ਤੱਕ ਤੁਹਾਨੂੰ ਵੀਡੀਓਜ਼ ਵਗੈਰਾ ਪ੍ਰੋਵਾਈਡ ਕਰਾਉਂਦੇ ਰਵਾਂਗੇ ਐਂਡ ਤੁਸੀਂ ਜਿਹੜੀ ਆਪ ਦੀ ਪ੍ਰੈਪਰੇਸ਼ਨ ਹੈਗੀ ਆ ਉਹ ਚੰਗੇ ਤਰੀਕੇ ਨਾਲ ਕਰਦੇ ਰਹੋ। ਮੈਂ ਬਿਲਕੁਲ ਵੀ ਤੁਹਾਨੂੰ ਇਹ ਨਹੀਂ ਕਹੂੰਗਾ ਕਿ ਤੁਸੀਂ ਸਿਰਫ ਆਪਣੇ ਇਸ ਚੈਨਲ ਦੀਆਂ ਵੀਡੀਓਜ਼ ਤੇ ਹੀ ਡਿਪੈਂਡੈਂਟ ਰਹੋ, ਖੁਦ ਸੈਲਫ ਸਟੱਡੀ ਵੀ ਕਰਿਆ ਕਰੋ ਘਰੇ ਬੈਠ ਕੇ। ਜਦੋਂ ਤੁਸੀਂ ਸੈਲਫ ਸਟੱਡੀ ਵਗੈਰਾ ਕਰੋਗੇ, ਵੀਡੀਓਜ਼ ਵੇਖੋਗੇ, ਤੁਹਾਡਾ ਜਿਹੜਾ ਪੇਪਰ ਹੈ ਉਹ ਆਰਾਮ ਨਾਲ ਕਲੀਅਰ ਹੋਏਗਾ। ਐਂਡ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਲਾਸਟ ਪ੍ਰਸ਼ਨ ਹੈ, ਚਾਈਲਡ ਇਜ਼ ਅ ਬੁੱਕ ਵਿਚ the teacher has to learn from page to page. Who has stated the above statement? ਬੱਚਾ ਇੱਕ ਕਿਤਾਬ ਹੈ ਜਿਸ ਨੂੰ ਅਧਿਆਪਕ ਨੂੰ ਪੰਨੇ ਤੋਂ ਪੰਨਾ ਸਿੱਖਣਾ ਪੈਂਦਾ ਹੈ। ਉਪਰੋਕਤ ਕਥਨ ਕਿਸਨੇ ਬਿਆਨ ਕੀਤਾ ਹੈ? ਇਹ ਜਿਹੜੀ ਸਟੇਟਮੈਂਟ ਹੈਗੀ ਆ ਕਿ ਚਾਈਲਡ ਕੀ ਇੱਕ ਕਿਤਾਬ ਹੈ, ਟੀਚਰ ਹੈਜ਼ ਟੂ ਲਰਨ ਫਰਮ ਪੇਜ ਟੂ ਪੇਜ। ਸੋ ਇਹ ਜਿਹੜੀ ਗੱਲ ਹੈ ਕਿਹਦੇ ਦੁਆਰਾ ਕੀਤੀ ਗਈ ਹੈ? ਇਹ ਇੱਕ ਸਟੈਟਿਕ ਬੇਸਡ ਹੀ ਪ੍ਰਸ਼ਨ ਹੈ। ਕੀ ਇਹ ਗੱਲ ਪਲੇਟੋ ਨੇ ਕਹੀ ਹੈ? ਕੀ ਇਹ ਗੱਲ ਅਰਿਸਟੋਟਲ ਜਿਹਨੂੰ ਆਪਾਂ ਅਰਸਤੂ ਕਹਿੰਦੇ ਆ ਇਹਦੇ ਦੁਆਰਾ ਕਹੀ ਗਈ ਹੈ? ਜਾਂ ਫਿਰ ਇਹ ਗੱਲ रूसो ने कही है या फिर रॉस ने कही है? मान लो कि ਇਹਦਾ ਜਿਹੜਾ ਜਵਾਬ ਹੈਗਾ ਉਹ रूसो ਜਾਂ रॉस ਵਿੱਚ ਹੋਊਗਾ, ਮੰਨ ਲੈਨੇ ਆਪਾਂ। ਬਟ ਜਿਨ੍ਹਾਂ ਨੇ ਇਹ ਜਿਹੜਾ ਪ੍ਰਸ਼ਨ ਹੈ ਪੜਿਆ ਵੀ ਹੋਊਗਾ ਉਹਨਾਂ ਨੂੰ ਕਨਫਿਊਜ਼ਨ ਹੋ ਸਕਦੀ ਹੈ ਕਿ ਸਰ ਇਹਦਾ रूसो ਆਊਗਾ ਕਿ रॉस ਆਊਗਾ। ਸੋ ਇਸੇ ਗੱਲ ਨੂੰ ਕਲੀਅਰ ਕਰਨ ਲਈ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਇਹ ਜਿਹੜੀਆਂ ਮਾਈਨਰ ਗੱਲਾਂ ਨੇ ਇਹਨਾਂ ਨੂੰ ਬੜੇ ਧਿਆਨ ਨਾਲ ਵੇਖਣਾ ਹੈ। ਸੋ ਇਹਦਾ ਜਵਾਬ ਹੋਊਗਾ रूसो। रूसो द्वारा ਇਹ ਜਿਹੜੀ ਗੱਲ ਹੈਗੀ ਆ ਇਹ ਕਹੀ ਗਈ ਸੀ ਕਿ ਚਾਈਲਡ ਇਜ਼ ਅ ਬੁੱਕ ਵਿਚ ਦ ਟੀਚਰ ਹੈਜ਼ ਟੂ ਲਰਨ ਫਰਮ ਪੇਜ ਟੂ ਪੇਜ। ਇਹ ਜਿਹੜੀ ਸਟੇਟਮੈਂਟ ਹੈ रूसो ਦੁਆਰਾ ਕਹੀ ਗਈ ਸੀ। ਇਸ ਦੇ ਨਾਲ ਹੀ ਇਹ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਸੀ ਐਂਡ ਅੱਜ ਦੇ ਸੈਸ਼ਨ ਵਿੱਚ ਅੱਜ ਦੀ ਕਲਾਸ ਵਿੱਚ ਇੰਨੇ ਕੁ ਹੀ ਪ੍ਰਸ਼ਨ ਕੀਤੇ ਜਾਣਗੇ। ਅਗਲੇ ਜਿਹੜੇ ਪ੍ਰਸ਼ਨ ਹੈਗੇ ਆ ਜੀ ਉਹ ਆਪਾਂ ਨੈਕਸਟ ਕਲਾਸ ਵਿੱਚ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਂਗੇ। ਸੋ ਦੋਸਤੋ ਕਲਾਸ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਿਓ। ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਐਂਡ ਐਟ ਲਾਸਟ ਤੁਹਾਡੇ ਇੱਥੇ 10 ਵਿੱਚੋਂ ਕਿੰਨੇ ਨੰਬਰ ਬਣੇ ਨੇ ਇਮਾਨਦਾਰੀ ਨਾਲ ਤੁਸੀਂ ਜਰੂਰ ਦੱਸਣਾ ਹੈ ਕਿ ਤੁਹਾਨੂੰ ਇੱਥੇ ਕਿੰਨੇ ਪ੍ਰਸ਼ਨ ਆਉਂਦੇ ਸੀਗੇ, ਕਿ ਮੈਨੂੰ ਵੀ ਅੰਦਾਜ਼ਾ ਲੱਗ ਸਕੇ ਕਿ ਜਿਹੜੇ ਆਪਾਂ ਪ੍ਰਸ਼ਨ ਕਰਵਾ ਰਹੇ ਹਾਂ ਇਹਨਾਂ ਦਾ ਲੈਵਲ ਕੀ ਠੀਕ ਠਾਕ ਹੈ ਕਿ ਮੈਂ ਹੋਰ ਵੀ ਜ਼ਿਆਦਾ ਔਖੇ ਪ੍ਰਸ਼ਨ ਲੈ ਕੇ ਆਵਾਂ। ਅਦਰਵਾਈਜ਼ ਆਪਾਂ ਹੋਰ ਵੀ ਔਖੇ ਪ੍ਰਸ਼ਨ ਲੈ ਕੇ ਆ ਸਕਦੇ ਹਾਂ। ਮੈਂ ਸੋਚਿਆ ਕਿ ਚਲੋ ਇਹਨਾਂ ਦੀ ਜਿਹੜੀ ਤਿਆਰੀ ਹੈਗੀ ਆ ਬੇਸਿਕ ਤੋਂ ਕਰਵਾਈ ਜਾਵੇ, ਕਿਉਂਕਿ ਤੁਸੀਂ ਵੇਖ ਰਹੇ ਹੋਣੇ ਆ ਕਿ ਆਪਣੇ ਕਾਫੀ ਸਾਰੇ ਪ੍ਰਸ਼ਨ ਰਿਪੀਟ ਵੀ ਹੋ ਰਹੇ ਆ, ਬਸ ਉਹਨਾਂ ਦੀਆਂ ਸਟੇਟਮੈਂਟਾਂ ਹੀ ਚੇਂਜ ਹੋ ਰਹੀਆਂ ਨੇ। ਉਮੀਦ ਮੈਂ ਇਹੀ ਕਰੂੰਗਾ ਸੈਸ਼ਨ ਨੂੰ ਤੁਸੀਂ ਇੰਜੋਏ ਜ਼ਰੂਰ ਕੀਤਾ ਹੋਊਗਾ ਐਂਡ ਆਪਣੇ ਚੈਨਲ ਨੂੰ ਮੈਂ ਦੁਬਾਰਾ ਤੋਂ ਕਹਿ ਰਿਹਾ ਸਬਸਕ੍ਰਾਈਬ ਬਟਨ ਤੇ ਜ਼ਰੂਰ ਪ੍ਰੈਸ ਕਰ ਲਿਓ। ਇਸ ਦੇ ਨਾਲ ਹੀ ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू।